ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੈ ਪ੍ਰਸਾਦ ਭੁਜੰਗ ਪ੍ਰਿਆਤ ਛੰਦ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹੰ ਨਾ ਦ્વੈਖੰ ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ ਨਾ ਮਿੱਤਰੰ ਨਾ ਸਤਰੰ ਨਾ ਪਿਤਰੰ ਨਾ ਮਾਤੰ। ਪਾਠ ਆਇਆ ਹੈ ਤਵੈ ਪ੍ਰਸਾਦ ਭੁਜੰਗ ਪ੍ਰਿਆਤ ਛੰਦ। ਭੁਜੰਗ ਜੱਜੇ ਦੇ ਨਾਲ ਪੜ੍ਹਨਾ ਹੈ। ਪ੍ਰਿਆਤ ਸ੍ਰੀ ਜਾਪ ਸਾਹਿਬ ਦੇ ਵਿੱਚ ਬਹੁਤ ਵਾਰੀ ਦੱਸਿਆ ਹੈ। ਪੱਪਾ ਰਾਰੇ ਸਿਹਾਰੀ ਐੜੇ ਕੰਨਾ ਤੱਤਾ, ਇਸ ਤਰ੍ਹਾਂ ਇਹਦਾ ਉਚਾਰਨ ਹੈ। ਪ੍ਰਿਆਤ ਛੰਦ। ਧਿਆਨ ਰੱਖਣਾ ਹੈ ਨੰਨਾ ਮੁਕਤਾ ਹੈ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਕੰਨਾ ਨਾ ਲੱਗੇ, ਕੰਨਾ ਲੱਗੇਗਾ ਤਾਂ ਨਾ ਬਣ ਜਾਂਦਾ ਹੈ। ਇਸ ਕਰਕੇ ਬਾਰ-ਬਾਰ ਆਉਣਾ ਹੈ। ਨੰਨਾ ਮੁਕਤੇ ਦੀ ਆਵਾਜ਼ ਸਿਰਫ ਥੋੜ੍ਹੀ ਜਿਹੀ ਦੇਣੀ ਹੈ। ਨਾ ਰਾਗੰ ਨਾ ਰੰਗੰ। ਸੋ ਪਾਠ ਆਇਆ ਹੈ ਦ્વੈਖੰ। ਦੱਦੇ ਦੇ ਪੈਰ ਵਿੱਚ ਵਾਵਾ ਹੈ, ਉੱਤੇ ਦਲਾਵਾਂ ਹਨ, ਖੱਖੇ ਟਿੱਪੀ ਹੈ। ਇਹ ਜਿਹੜਾ ਪਾਠ ਹੈ ਇਹਨੂੰ ਦੈਵਖੰ ਨਹੀਂ ਕਹਿਣਾ। ਵਾਵੇ ਦੇ ਉੱਤੇ ਦਲਾਵਾਂ ਲਾ ਕੇ ਬੋਲਣਾ ਹੈ ਦ્વੈਖੰ। ਇਸੇ ਤਰ੍ਹਾਂ ਪਾਠ ਹੈ ਮਾਤੰ। ਇਹ ਪਾਠ ਭੋਲਾ ਹੈ। ਇਹ ਰਿਸ਼ਤਿਆਂ ਦੀ ਗੱਲ ਹੈ। ਨਾ ਮਿੱਤਰੰ ਨਾ ਸਤਰੰ ਨਾ ਪਿਤਰੰ ਨਾ ਮਾਤੰ। ਮਾਤੰ ਪਾਠ ਭੋਲਾ ਹੈ। ਹਾਂਜੀ। ਨਾ ਨੇਹੰ ਨਾ ਗੇਹੰ ਨਾ ਕਾਮੰ ਨਾ ਧਾਮੰ ਨਾ ਪੁੱਤਰੰ ਨਾ ਮਿੱਤਰੰ ਨਾ ਸਤਰੰ ਨਾ ਭਾਮੰ। ਅਲੇਖੰ ਅਭੇਖੰ ਅਜੋਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਬਿਰਦ ਰੂਪੰ। ਇਸੇ ਤਰ੍ਹਾਂ ਪਾਠ ਹੈ ਪੁੱਤਰੰ ਮਿੱਤਰੰ ਨਾ ਸਤਰੰ ਨਾ ਭਾਮੰ ਸਦਾ ਸਿੱਧ ਦਾ ਬੁੱਧ ਦਾ ਬਿਰਦ ਰੂਪੰ। ਇਸੇ ਤਰ੍ਹਾਂ ਦੱਦੇ ਕੰਨਾ ਜੋ ਹੈ ਥੋੜ੍ਹਾ ਸੰਬੰਧਕ ਕਰਕੇ ਬੋਲਣਾ ਹੈ। ਸੋ ਇਸ ਤਰ੍ਹਾਂ ਸਿੱਧ ਦਾ ਬੁੱਧ ਦਾ ਬਿਰਦ ਰੂਪੰ। ਇਹ ਪਾਠ ਸੁੱਧ ਹੈ। ਹਾਂਜੀ। ਨਹੀਂ ਜਾਨ ਜਾਈ ਕਛੁ ਰੂਪ ਰੇਖੰ ਕਹਾਂ ਬਾਸ ਤਾਕੋ ਫਿਰੈ ਕੌਣ ਭੇਖੰ। ਕਹਾ ਨਾਮ ਤਾਕੋ ਕਹਾ ਕੈ ਕਹਾਵੈ ਕਹਾ ਕੈ ਬਖਾਨੋ ਕਹੈ ਮੈਂ ਨਾ ਆਵੈ। ਕਹਾ ਬਾਸ ਤਾਕੋ ਫਿਰੈ ਕੌਣ ਭੇਖੰ। ਇਹ ਤਾਕੋ ਪਾਠ ਜਿਹੜਾ ਹੈ ਇਹ ਇਕੱਠਾ ਆਇਆ ਹੈ। ਕਈ ਸਰੂਪਾਂ ਦੇ ਵਿੱਚ ਵੱਖਰਾ ਵੱਖਰਾ ਆਉਂਦਾ ਹੈ, ਲੇਕਿਨ ਇਹਨੂੰ ਤਾਕੋ ਕੱਸ ਕੇ ਨਹੀਂ ਕਹਿ ਦੇਣਾ। ਤਾਕੋ ਇਹ ਵੱਖਰਾ ਨਖੇੜ ਕੇ ਥੋੜ੍ਹਾ ਜਿਹਾ ਸੰਬੰਧਕ ਕਰਕੇ ਬੋਲਣਾ ਹੈ। ਤੇ ਕਹੈ ਮੈਂ ਨਾ ਆਵੈ। ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ। ਅਦਵੈਖੰ ਅਭੇਖੰ ਅਜੋਨੀ ਸਰੂਪੇ ਨਾਮੋ ਏਕ ਰੂਪੇ ਨਾਮੋ ਏਕ ਰੂਪੇ। ਪਰੇਯੰ ਪਰਾਪਰਮ ਪ੍ਰਗਿਆ ਪ੍ਰਕਾਸੀ ਅਛੇਦੰ ਅਛੈ ਆਦਿ ਅਦਵੈ ਅਬਿਨਾਸੀ। ਨਾ ਜਾਤੰ ਨਾ ਪਾਤੰ ਨਾ ਰੂਪੰ ਨਾ ਰੰਗੇ ਨਮੋ ਆਦਿ ਅਭੰਗੇ ਨਮੋ ਆਦਿ ਅਭੰਗੇ। ਸੋ ਪਾਠ ਹੈ ਪਰੇਯੰ। ਇਹਨੂੰ ਪਰਯੰ ਨਹੀਂ ਕਹਿਣਾ, ਫਿਰ ਸਿਹਾਰੀ ਲੱਗਦੀ ਹੈ। ਪਰਯੰ ਕਹਾਂਗੇ ਤਾਂ ਰਾਰੇ ਦੀ ਲਾਂ ਲੰਮੀ ਬੋਲਣੀ ਹੈ। ਪਰਯੰ ਰਰੇ ਲਾਂ ਰੇ ਪਰਯੰ ਪਰਾ ਪਰਮ ਇੱਥੇ ਵਿਸਰਾਮ ਹੈ। ਪ੍ਰਗਿਆ ਪ੍ਰਕਾਸੀ। ਇਸੇ ਤਰ੍ਹਾਂ ਅਛੇਦੰ ਅਛੈ ਆਦਿ। ਅਛੈ ਪਾਠ ਭੋਲਾ ਪੜ੍ਹਨਾ ਹੈ, ਇਹਨੂੰ ਅੱਛਾ ਨਹੀਂ ਕਹਿਣਾ ਹੈ। ਜਿੱਥੇ ਅੱਧਕ ਆਵੇਗੀ ਉੱਥੇ ਅੱਛਾ ਬਣਦਾ ਹੈ। ਸੋ ਇਹ ਪਾਠ ਭੋਲਾ ਹੈ। ਅਦਵੈ ਪਾਠ ਆਪ ਜੀ ਨੇ ਸਮਝਿਆ ਹੀ ਹੈ। ਅਬਿਨਾਸੀ ਬੱਬੇ ਨੂੰ ਸਿਹਾਰੀ ਦੇ ਨਾਲ ਬੋਲਣਾ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ ਉਸਾਰੇ ਗੜੇ ਫੇਰ ਮੇਟੇ ਬਨਾਏ।
ਅਗਾਧੇ ਅਭੈ ਆਦ ਅਦਵੈ ਅਬਿਨਾਸੀ ਪਰੇਯੰ ਪਰਾ ਪਰਮ ਪੂਰਨ ਪ੍ਰਕਾਸੀ। ਵਿਸਰਾਮ ਹੈ ਕਿਤੇ ਕ੍ਰਿਸ਼ਨ ਸੇ ਕੀਟ। ਇੱਥੇ ਵਿਸਰਾਮ ਕੋਟੈ ਉਪਾਏ। ਉਪਾਏ ਦੇ ਔਂਕੜ ਹੈ ਉੜੇ ਨੂੰ ਉਪਾਏ ਕਹਿਣਾ ਹੈ, ਉਪਾਏ ਨਹੀਂ ਕਹਿ ਦੇਣਾ। ਇਸੇ ਤਰ੍ਹਾਂ ਅਗਾਧੇ ਅਭੈ ਆਦ ਅਦਵੈ ਅਬਿਨਾਸੀ। ਅਭੈ ਪਾਠ ਹੈ, ਇਹਨੂੰ ਅਭੈ ਨਹੀਂ ਕਹਿਣਾ ਹੈ, ਐੜੇ ਨੂੰ ਸੰਬੰਧ ਕਰਕੇ ਬੋਲਣਾ ਹੈ। ਨਾ ਆਦੰ ਨਾ ਬਿਆਦੰ ਅਗਾਧੰ ਸਰੂਪੇ ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ। ਨਾ ਜਨਮੰ ਨਾ ਮਰਨੰ ਨਾ ਬਰਨੰ ਨਾ ਬਿਆਦੇ ਅਖੰਡੇ ਪ੍ਰਚੰਡੇ ਅਦੰਡੇ ਅਸਾਦੇ। ਪਾਠ ਹੈ ਅਖੰਡਤ ਪ੍ਰਤਾਪ, ਇਹ ਧਿਆਨ ਰੱਖ ਕੇ ਬੋਲਣਾ ਹੈ। ਇਸੇ ਤਰ੍ਹਾਂ ਅਛੈ, ਇਹ ਵੀ ਪੋਲਾ ਹੈ। ਅਖੰਡੇ ਪ੍ਰਚੰਡੇ ਅਦੰਡੇ ਅਸਾਧੇ, ਇਹ ਪਾਠ ਇੱਦਾਂ ਬੋਲਣੇ ਹਨ। ਨਾ ਨੇਹੰ ਨਾ ਗੇਹੰ ਸਨੇਹੰ ਸਨਾਥੇ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ। ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰੇ ਸੋ ਭੂਤੇ ਭਵਿੱਖੇ ਭਵਾਨੇ ਅਚਿਤਰੇ। ਨਾ ਰਾਯੰ ਨਾ ਰੰਕੰ ਨਾ ਰੂਪੰ ਨਾ ਰੇਖੰ ਨਾ ਲੋਭੰ ਨਾ ਚੋਭੰ ਅਭੂਤੰ ਅਭੇਖੰ। ਨਾ ਸਤਰੰ ਨਾ ਮਿੱਤਰੰ ਨਾ ਨੇਹੰ ਨਾ ਗੇਹੰ ਸदैवੰ ਸਦਾ ਸਰਬ ਸਰਬਤਰ ਸਨੇਹੰ। ਸੋ ਪਾਠ ਹੈ ਨਾ ਰਾਯੰ ਨਾ ਰੰਕੰ, ਰਾਰੇ ਕੰਨਾ ਯਈਏ ਟਿੱਪੀ ਹੈ, ਰਾਰੇ ਨੂੰ ਕੰਨਾ ਈੜੀ ਸਿਹਾਰੀ ਆੜੇ ਟਿੱਪੀ, ਇਸ ਤਰ੍ਹਾਂ ਪੜ੍ਹ ਦੇਣਾ ਹੈ, ਸੁੱਧ ਬੋਲਿਆ ਜਾਂਦਾ ਹੈ। ਰੰਕੰ ਦੇ ਉੱਤੇ ਵਿਸਰਾਮ ਹੈ। ਨਾ ਲੋਭੰ ਨਾ ਚੋਭੰ, ਇਹ ਥੋੜ੍ਹੇ ਭਾਰੇ ਕਰਕੇ ਬੋਲਣੇ ਹਨ, ਭੱਬਿਆਂ ਦੀ ਆਵਾਜ਼ ਹੈ। ਅਭੂਤੰ ਅਭੇਖੰ। ਨਾ ਸਤਰੰ ਨਾ ਮਿੱਤਰੰ ਨਾ ਨੇਹੰ ਨਾ ਗੇਹੰ, ਇਹ ਟਿੱਪੀਆਂ ਦਾ ਧਿਆਨ ਰੱਖਣਾ ਹੈ। ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ ਅਜੋਨੀ ਅਛੈ ਆਦ ਅਦਵੈ ਅਜੋਹੰ। ਨਾ ਜਨਮੰ ਨਾ ਮਰਨੰ ਨਾ ਬਰਨੰ ਨਾ ਬਿਆਦੰ ਨਾ ਰੋਗੰ ਨਾ ਸੋਗੰ ਅਭੈ ਨਿਰਵਿਖਾਦੰ। ਇਸੇ ਤਰ੍ਹਾਂ ਪਾਠ ਹੈ ਨਾ ਰੋਗੰ ਨਾ ਸੋਗੰ ਅਭੈ ਨਿਰਵਿਖਾਦੰ। ਨਿਰਵਿਖਾਦੰ, ਇਹ ਬੱਬੇ ਦੇ ਸਿਹਾਰੀ ਜੋ ਹੈ ਵੀ ਬੋਲਣੀ ਹੈ। ਨਿਰਵਿਖਾਦੰ, ਦੋ ਹਿੱਸਿਆਂ 'ਚ ਵੰਡ ਕੇ ਇਕੱਠਾ ਬੋਲਦੇ ਹੋ ਸਮਝਣ ਵਾਸਤੇ, ਇਸ ਤਰ੍ਹਾਂ ਇਹਦਾ ਉਚਾਰਨ ਹੈ। ਅਛੇਦੰ ਅਭੇਦੰ ਅਕਰਮੰ ਅਕਾਲੰ ਅਖੰਡੰ ਅਭੰਡੰ ਪ੍ਰਚੰਡੰ ਅਪਾਲੰ। ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਯੰ ਨਾ ਨੇਹੰ ਨਾ ਗੇਹੰ ਨਾ ਭਰਮੰ ਨਾ ਭਾਯੰ। ਨਾ ਰੂਪੰ ਨਾ ਭੂਪੰ ਨਾ ਕਾਯੰ ਨਾ ਕਰਮੰ ਨਾ ਤਰਾਸੰ ਨਾ ਪ੍ਰਾਸੰ ਨਾ ਭੇਦੰ ਨਾ ਭਰਮੰ। ਸदैवੰ ਸਦਾ ਸਿੱਧ ਬਿਰਧੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ। ਨਿਰੁਕਤੰ ਪ੍ਰਭਾ ਆਦ ਅਨੁਕਤੰ ਪ੍ਰਤਾਪੇ ਜੁਗਤੰ ਅਛੈ ਆਦ ਅਵਿਕਤੇ ਅਥਾਪੇ। ਵਿਭੁਗਤੰ ਅਛੈ ਆਦ ਅਛੈ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ। ਸੋ ਇਸੇ ਤਰ੍ਹਾਂ ਪਾਠ ਹੈ ਨਿਰੁਕਤੰ, ਰਾਰੇ ਦੇ ਪੈਰ ਵਿੱਚ ਜੋ ਔਂਕੜ ਹੈ ਇਹ ਬੋਲਣੀ ਹੈ। ਨਿਰੁਕਤੰ ਪ੍ਰਭਾ ਆਦ ਅਨੁਕਤੰ ਪ੍ਰਤਾਪੇ। ਅਨੁਕਤੰ, ਇਹ ਵੀ ਇਸੇ ਤਰ੍ਹਾਂ ਹੀ ਹੈ। ਇਸੇ ਤਰ੍ਹਾਂ ਜੁਗਤੰ ਅਛੈ ਪੋਲਾ ਹੈ। ਅਵਿਕਤੇ, ਵਾਵੇ ਦੇ ਸਿਹਾਰੀ ਬੋਲਣੀ ਹੈ ਅਵਿਕਤੇ, ਐੜੇ ਨੂੰ ਸੰਬੰਧਕ ਕਰਕੇ ਬੋਲਣਾ ਹੈ, ਇਹਨੂੰ ਅਵਕਤੇ ਨਹੀਂ ਕਹਿ ਦੇਣਾ, ਧਿਆਨ ਰੱਖਣਾ ਹੈ। ਹੁਣ ਅਗਲੀ ਪੰਕਤੀ ਦੇ ਵਿੱਚ ਵਿਭੁਗਤੰ ਅਛੈ, ਇਹ ਅਛੈ ਪਾਠ ਪੋਲਾ ਹੈ ਅਤੇ ਨਾਲ ਦਾ ਹੀ ਪਾਠ ਆਇਆ ਹੈ ਆਦ ਅਛੈ ਸਰੂਪੇ। ਇਹ ਜਿਹੜਾ ਅੱਧਕ ਦੇ ਨਾਲ ਹੈ ਕੱਸ ਕੇ ਬੋਲਣਾ ਹੈ, ਪਹਿਲਾ ਪੋਲਾ ਦੂਸਰਾ ਕੱਸ ਕੇ ਹੈ। ਨਾ ਨੇਹੰ ਨਾ ਗੇਹੰ ਨਾ ਸੋਕੰ ਨਾ ਸਾਕੰ ਪਰੇਯੰ ਪਵਿੱਤਰੰ ਪੁਨੀਤੰ ਅਤਾਕੰ।
ਨਾ ਜਾਤੰ ਨਾ ਪਾਤੰ ਨਾ ਮਿੱਤਰੰ ਨਾ ਮੰਤਰੇ ਨਾ ਮੋ ਏਕ ਤੰਤਰੇ ਨਾ ਮੋ ਏਕ ਤੰਤਰੇ ਨਾ ਧਰਮੰ ਨਾ ਭਰਮੰ ਨਾ ਸਰਮੰ ਨਾ ਸਾਕੇ ਨਾ ਬਰਮੰ ਨਾ ਚਰਮੰ ਨਾ ਕਰਮੰ ਨਾ ਬਾਕੇ ਨਾ ਸਤਰੰ ਨਾ ਮਿੱਤਰੰ ਨਾ ਪੁੱਤਰੰ ਸਰੂਪੇ ਨਮੋ ਆਦਿ ਰੂਪੇ ਨਮੋ ਆਦਿ ਰੂਪੇ ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ। ਸੋ ਇਸੇ ਤਰ੍ਹਾਂ ਪਾਠ ਬੋਲਣਾ ਹੈ ਚਾਲ ਦੇ ਹਿਸਾਬ ਨਾਲ। ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ, ਕੇ ਦੇ ਉੱਤੇ ਵਿਸਰਾਮ ਲਾਉਂਦੇ ਜਾਣਾ ਹੈ। ਅੱਗੇ ਵੀ ਇਹਦੀ ਚਾਲ ਇਸ ਤਰ੍ਹਾਂ ਹੈ। ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ, ਇਹ ਪਾਠ ਇੱਦਾਂ ਹੈ। ਕਹੂੰ ਅਛਰ ਕੇ ਪੱਛਰ ਕੇ ਸਿੱਧ ਸਾਧੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਪੇਖੇ ਕਹੂੰ ਅਛਰ ਕੇ ਪੱਛਰ ਕੇ ਸਿੱਧ ਸਾਧੇ। ਅਛਰ ਪਾਠ ਵੀ ਕੱਸ ਕੇ ਬੋਲਣਾ ਹੈ ਤੇ ਪੱਛਰ ਵੀ ਕੱਸ ਕੇ ਬੋਲਣਾ ਹੈ। ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ, ਇਹ ਵੀ ਕੱਸ ਕੇ ਹਨ। ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ਕਹੂੰ ਚਾਰ ਚੇਸਟਾ ਕਹੂੰ ਚਿਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰ। ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰ। ਪ੍ਰਗਿਆ ਪਾਠ ਹੈ ਨੂੰ ਪ੍ਰਗਿਆ ਨਹੀਂ ਕਹਿ ਦੇਣਾ। ਪੈਰ ਵਿੱਚ ਰਾਰਾ ਲੱਗਣ ਦੇ ਨਾਲ ਪ੍ਰਗਿਆ ਪਾਠ ਕੱਸ ਕੇ ਬੋਲਿਆ ਜਾਣਾ ਹੈ। ਪੱਪਾ ਰਾਰੇ ਅੱਧਕ ਗੱਗੇ ਸਿਹਾਰੀ ਐੜੇ ਕੰਨਾ, ਇਹਦਾ ਉਚਾਰਨ ਇਸ ਤਰ੍ਹਾਂ ਹੈ ਪ੍ਰਗਿਆ। ਕਈ ਇਸ ਤਰ੍ਹਾਂ ਪੜ੍ਹਦੇ ਹਨ ਪੱਪਾ ਰਾਰੇ ਉੱਤੇ ਅੱਧਕ ਗੱਗਾ ਈੜੀ ਸਿਹਾਰੀ ਐੜੇ ਕੰਨਾ ਪ੍ਰਗਿਆ। ਸੋ ਉਹ ਵੀ ਠੀਕ ਹੈ। ਸੋ ਇੱਥੇ ਹੀ ਵਿਸਰਾਮ ਹੈ। ਕਹੂੰ ਨੇਹ ਗ੍ਰੇਹੰ ਕਹੂੰ ਦੇਹ ਦੋਖੰ ਕਹੂੰ ਔਖਦੀ ਰੋਗ ਕੇ ਸੋਕ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਛ ਗੰਧਰਵ ਕਿੰਨਰ ਕਹਾਣੀ ਕਹੂੰ ਰਾਜਸੀ ਸਾਤਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਰਹਿਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਛ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਸ਼ਟ ਕੀ ਰਿਸ਼ਟ ਪੰਨਿਆ। ਸੋ ਅੱਗੇ ਪਾਠ ਹੈ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਸ੍ਰਿਸ਼ਟ ਕੀ। ਇਸ ਤਰ੍ਹਾਂ ਇਹ ਪਾਠ ਬੋਲਣਾ ਹੈ। ਸ੍ਰਿਸ਼ਟ ਕੀ ਇਕੱਠਾ ਹੀ ਹੈ। ਇਸੇ ਤਰ੍ਹਾਂ ਪ੍ਰਿਸ਼ਟ ਕੀ ਭਾਵ ਕਿ ਜੋ ਪੈਰ ਵਿੱਚ ਰਾਰਾ ਹੈ ਪੱਪੇ ਦੇ, ਜਿਹੜੀ ਪੱਪੇ ਨੂੰ ਸਿਹਾਰੀ ਲੱਗੀ ਹੈ ਰਾਰੇ ਨੂੰ ਲੱਗੇਗੀ ਪ੍ਰਿਸ਼ਟ ਕੀ। ਅਤੇ ਪੰਨਿਆਂ ਪਾਠ ਜਿਹੜਾ ਹੈ ਇਹ ਟਿੱਪੀ ਨਾਲ ਪੜ੍ਹਨਾ ਹੈ। ਨੱਕ ਵਿੱਚ ਆਵਾਜ਼ ਆਉਣੀ ਚਾਹੀਦੀ ਹੈ। ਆਮ ਹੀ ਸਿੰਘ ਅੱਧਕ ਲਾ ਕੇ ਪੜ੍ਹ ਜਾਂਦੇ ਹਨ ਪੰਨਿਆਂ, ਲੇਕਿਨ ਟਿੱਪੀ ਦੀ ਆਵਾਜ਼ ਹੈ ਪੰਨਿਆਂ। ਇੱਦਾਂ ਇਹ ਪਾਠ ਸੁੱਧ ਹੈ। ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਕ ਕੀ ਕਾਬ ਕਥੈ ਕਹਾਣੀ ਕਹੂੰ ਅਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਦਰ ਬਾਣੀ ਕਹੂੰ ਸ਼ੁਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਬ ਰੂਪੰ ਕਹੂੰ ਚੇਸਟਾਚਾਰ ਚਿਤ੍ਰ ਸਰੂਪੰ ਕਹੂੰ ਚੇਸਟਾਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪੁਰਾਨ ਕੋ ਪਾਰ ਪਾਵੈ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰੇਹੰ। ਇਸੇ ਤਰ੍ਹਾਂ ਪਾਠ ਪੜ੍ਹਨਾ ਹੈ। ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ। ਅਵਸਥਾ ਪਾਠ ਹੈ, ਇਹਨੂੰ ਅਵਸਥਾ ਨਹੀਂ ਕਹਿ ਦੇਣਾ ਹੈ।
कहूँ ज्वाल स्वरूपं जरा रहत देहं, कहूँ नेह देहं, कहूँ त्याग गृहं। ਇੱਦਾਂ ਇਹ ਪਾਠ ਹੈ। कहूँ जोग भोगं, कहूँ रोग रागं, कहूँ रोग रहता, कहूँ भोग त्यागं, कहूँ राज साजं, कहूँ राज रीतं, कहूँ पूर्ण प्रज्ञा, कहूँ परम प्रीतं, कहूँ आरबी तोर की पारसी हो, कहूँ पहलवी पस्तवी संस्कृति हो, कहूँ देश भाख्या, कहूँ देव बानी, कहूँ राज विद्या, कहूँ राजधानी। ਸੋ ਅੱਗੇ ਮਹਾਰਾਜ ਦੱਸ ਰਹੇ ਹਨ, कहूँ ਆਰਬੀ ਤੋਰਕੀ ਪਾਰਸੀ ਹੋ, कहूँ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ। ਇਹ ਭਾਸ਼ਾਵਾਂ ਦੇ ਬਾਰੇ ਦੱਸ ਰਹੇ ਨੇ ਮਹਾਰਾਜ। ਇਹ ਬੜੇ ਧਿਆਨ ਨਾਲ ਪੜ੍ਹਨਾ ਹੈ ਇੱਥੋਂ। कहूँ मंत्र विद्या, कहूँ तंत्र सारं, कहूँ जंत्र रीतं, कहूँ शस्त्र तारं, कहूँ होम पूजा, कहूँ देव अर्चा, कहूँ पिंगुलाचारणी गीत चर्चा, कहूँ बीन विद्या, कहूँ गान गीतं, कहूँ मलेच्छ भाख्या, कहूँ वेद रीतं, कहूँ नृत्य विद्या, कहूँ नाग बानी, कहूँ गारड़ू गूढ़ कथा कहानी। सो पाठ इत्थे ध्यान रखना है। कहूँ नृत्य विद्या, कहूँ नाग बानी। ये नृत्य पाठ पैर विच रारा है। नन्ना रारे सिहारी तत्ता बोलना है। नृत्य निरत नहीं कह देना। निरत उदों बोलना है जे रारा पूरा होवे ते, जे पैर विच आ गया है तो नृत्य बनना है। ਤੇ ਵਿਦਿਆ ਪਾਠ ਜਿਹੜਾ ਹੈ ਪੋਲਾ ਹੈ। ਜਦੋਂ ਅਧਿਕ ਦੇ ਨਾਲ ਆਉਂਦਾ ਹੈ ਉਦੋਂ ਕੱਸ ਕੇ ਬੋਲਿਆ ਜਾਂਦਾ ਹੈ। कहूँ अक्षरा पच्छरा मच्छरा हो, कहूँ वीर विद्या अपूतं प्रभा हो, कहूँ छैल छाला धरे छतर धारी, कहूँ राज साजं तिराजाधिकारी। कहूँ अक्षरा पच्छरा मच्छरा हो, ਇਹ ਕੱਸ ਕੇ ਹਨ। ਇਸੇ ਤਰ੍ਹਾਂ ਅਖੀਰਲੀ ਪੰਕਤੀ ਹੈ, कहूँ राज साजं तिराजाधिकारी। ਤਿਰਾਜਾਧਿਕਾਰੀ ਪਾਠ ਜਿਹੜਾ ਹੈ ਧਿਆਨ ਰੱਖਣਾ ਹੈ। ਕੱਕੇ ਦੀ ਆਵਾਜ਼ ਦੇਣੀ ਹੈ, ਘਾਰੀ ਨਹੀਂ ਕਹਿ ਦੇਣਾ। ਘੱਗੇ ਦੀ ਆਵਾਜ਼ ਨਾ ਲੱਗੇ, ਧਿਆਨ ਰੱਖਣਾ ਹੈ। ਤਿਰਾਜਾਧਿਕਾਰੀ ਭਾਵ ਕਿ ਅਧਿਕਾਰੀ ਪਾਠ ਜਿਹੜਾ ਹੈ ਵਿੱਚੋਂ ਐੜਾ ਨਿਕਲਦਾ ਹੈ। ਅਰਥ ਕਰਨ ਲੱਗਿਆਂ ਉਹ ਦੱਸਿਆ ਜਾਂਦਾ ਹੈ, ਲੇਕਿਨ ਜੋ ਪਾਠ ਬੋਲਣ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਬੋਲਣਾ ਹੈ। ਤਿਰਾਜਾਧਿਕਾਰੀ। नमो नाथ पूरे सदा सिद्ध दाता, अच्छेदी अक्षय आद अद्वै विधाता, न त्रस्तं न ग्रस्तं समस्तं स्वरूपे, नमस्तं नमस्तं त्वस्तं अपूते। सो पाठ है न त्रस्तं न ग्रस्तं समस्तं स्वरूपे। त्रस्तं पाठ ਜਿਹੜਾ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਇਸੇ ਤਰ੍ਹਾਂ ਹੀ ਪੜ੍ਹਨਾ ਹੈ। ਅਧਕ ਲਗਾ ਕੇ ਰਾ ਤੱਤੇ ਦੇ ਉੱਤੇ ਤੱਤਾ ਰਾਰੇ ਉੱਤੇ ਅਧਕ ਸੱਸਾ ਤੱਤੇ ਟਿੱਪੀ ਤਰਸਤੰ। ਇਸੇ ਤਰ੍ਹਾਂ ਗ੍ਰਸਤੰ। ਤਵੈ ਪ੍ਰਸਾਦ ਪਾਦੜੀ ਛੰਦ ਅਭਿਅਕਤ ਤੇਜ ਅਨਭਉ ਪ੍ਰਕਾਸ਼, ਅਛੈ ਸਰੂਪ ਅਦਵੈ ਅਨਾਸ, ਅਨਟੁੱਟ ਤੇਜ ਅਨਖੁੱਟ ਭੰਡਾਰ, ਦਾਤਾ ਦੁਰੰਤ ਸਰਬੰ ਪ੍ਰਕਾਰ। ਸੋ ਅੱਗੇ ਹੈ ਪਾਦੜੀ ਛੰਦ। ਧੱਦਾ ਵਿੱਚ ਆਉਣ ਕਰਕੇ ਧਾ ਦੀ ਆਵਾਜ਼ ਨਿਕਲਣੀ ਹੈ, ਕੱਸ ਕੇ ਬੋਲਣਾ ਹੈ ਪਾਦੜੀ। ਸੋ ਪਾਠ ਹੈ ਅਭਿਅਕਤ। ਇਹਨੂੰ ਅਭਿਯਕਤ ਨਹੀਂ ਕਹਿ ਦੇਣਾ ਹੈ, ਅਭਿਅਕਤ ਪੜ੍ਹਨਾ ਹੈ। ਐੜਾ ਬੱਬਾ ਐੜਾ ਕੱਕਾ ਤੱਤਾ ਅਭਿਅਕਤ। ਅਨਭੂਤ ਤੇਜ ਅਨਛਿਜ ਗਾਤ, ਕਰਤਾ ਸਦੀਵ ਹਰਤਾ ਸਨਾਤ, ਆਸਨ ਅਡੋਲ ਅਨਭੂਤ ਕਰਮ, ਦਾਤਾ ਦਇਆਲ ਅਨਭੂਤ ਧਰਮ। ਜਿਹ ਸੱਤਰ ਮਿੱਤਰ ਨਹੀਂ ਜਨਮ ਜਾਤ, ਜਿਹ ਪੁੱਤਰ ਭਰਾਤ ਨਹੀਂ ਮਿੱਤਰ ਮਾਤ, ਜਿਹ ਕਰਮ ਭਰਮ ਨਹੀਂ ਧਰਮ ਧਿਆਨ, ਜਿਹ ਨੇਹ ਗੇਹ ਨਹੀਂ ਬਿਓਤ ਬਾਨ। ਸੇ ਧਿਆਨ ਰੱਖਣਾ ਹੈ। ਪਾਠ ਆਇਆ ਹੈ ਜਿਹ, ਇਹ ਪਾਠ ਬਾਰ ਬਾਰ ਆਉਣਾ ਹੈ ਅੱਗੇ।
ਇਹਨੂੰ ਜਿਹ ਜਾਂ ਜੇਹ ਇੱਦਾਂ ਨਹੀਂ ਕਹਿਣਾ ਹੈ, ਜਿਹ। ਜਿਵੇਂ ਪੜ੍ਹਦੇ ਹਾਂ ਇਹ, ਜਿਹ ਇੰਨੀ ਕੁ ਆਵਾਜ਼ ਹੈ ਇਹਦੀ। ਜਿਹ ਸੱਤਰ ਮਿੱਤਰ ਨਹੀਂ ਜਨਮ ਜਾਤ। ਸੋ ਇਸ ਤਰ੍ਹਾਂ ਇਹ ਪਾਠ ਪੜ੍ਹਦੇ ਜਾਣਾ ਹੈ। ਜਿਹ ਜਾਤ ਪਾਤ ਨਹੀਂ ਸੱਤਰ ਮਿੱਤਰ, ਜਿਹ ਨੇਹ ਗੇਹ ਨਹੀਂ ਚਿਹਨ ਚਿੱਤਰ, ਜਿਹ ਰੰਗ ਰੂਪ ਨਹੀਂ ਰਾਗ ਰੇਖ, ਜਿਹ ਜਨਮ ਜਾਤ ਨਹੀਂ ਭਰਮ ਭੇਖ, ਜਿਹ ਕਰਮ ਭਰਮ ਨਹੀਂ ਜਾਤ ਪਾਤ, ਨਹੀਂ ਨੇਹ ਗੇਹ ਨਹੀਂ ਪਿਤਰ ਮਾਤ, ਜਿਹ ਨਾਮ ਥਾਮ ਨਹੀਂ ਬਰਗ ਬਿਆਦ, ਜਿਹ ਰੋਗ ਸੋਗ ਨਹੀਂ ਸਤਰ ਸਾਧ। ਸੋ ਅੱਗੇ ਪਾਠ ਹੈ, ਜਿਹ ਰੋਗ ਸੋਗ ਨਹੀਂ ਸਤਰ ਸਾਧ। ਸਾਧ ਪਾਠ ਜਿਹੜਾ ਹੈ ਧੱਦੇ ਨਾਲ ਕੱਸ ਕੇ ਬੋਲਣਾ ਹੈ। ਜਿਹ ਤਰਾਸ ਵਾਸ ਨਹੀਂ ਦੇਹ ਨਾਸ, ਜਿਹ ਆਦ ਅੰਤ ਨਹੀਂ ਰੂਪ ਰਾਸ, ਜਿਹ ਰੋਗ ਸੋਗ ਨਹੀਂ ਜੋਗ ਜੁਗਤ, ਜਿਹ ਤਰਾਸ ਆਸ ਨਹੀਂ ਭੂਮ ਭੁਗਤ, ਜਿਹ ਕਾਲ ਬਿਆਲ ਕਟਿਓ ਨਾ ਅੰਗ, ਅਸ਼ੈ ਸਰੂਪ ਅਖੈ ਅਪੰਗ, ਜਿਹ ਨੇਤ ਨੇਤ ਉਚਰੰਤ ਬੇਦ, ਜਿਹ ਅਲਖ ਰੂਪ ਕਥਤ ਕਤੇਬ। ਸੋ ਧਿਆਨ ਰੱਖਣਾ ਹੈ, ਜਿਹ ਅਲਖ ਰੂਪ ਕਥਤ ਕਤੇਬ। ਇਹਨੂੰ ਅਲਖ ਨਹੀਂ ਕਹਿਣਾ ਹੈ, ਅਲਖ ਕਹਿਣਾ ਹੈ। ਐੜੇ ਨੂੰ ਸੰਬੰਧ ਕਰਕੇ ਬੋਲਣਾ ਹੈ। ਜਿਹ ਅਲਖ ਰੂਪ ਆਸਨ ਅਡੋਲ, ਜਿਹ ਅਮਿਤ ਤੇਜ ਅਸ਼ੈ ਅਤੋਲ, ਜਿਹ ਧਿਆਨ ਕਾਜ ਮਨ ਜਨ ਅਨੰਤ, ਕਈ ਕਲਪ ਜੋਗ ਸਾਧਤ ਦੁਰੰਤ, ਤਨ ਸੀਤ ਕਾਮ ਬਰਖਾ ਸਹੰਤ, ਕਈ ਕਲਪ ਏਕ ਆਸਨ ਬਿਤੰਤ, ਕਈ ਜਤਨ ਜੋਗ ਵਿਦਿਆ ਵਿਚਾਰ, ਸਾਧੰਤ ਤਦਪ ਪਾਵਤ ਨਾ ਪਾਰ। ਸਾਧੰਤ ਤਦਪ ਇਹ ਦੋਵੇਂ ਤੱਤੇ ਵੀ ਇਕੱਠੇ ਨਹੀਂ ਹੋਣ ਦੇਣੇ ਤੇ ਪਾਠ ਸਾਧੰਤ ਬੋਲਣਾ ਹੈ। ਸਾਧੰਤ ਤਦਪ ਪਾਵਤ ਨਾ ਪਾਰ। ਕਈ ਉਰਦ ਬਾਹ ਦੇਸਨ ਪ੍ਰਮੰਤ, ਕਈ ਉਰਦ ਮਦ ਪਾਵਕ ਚੋਲੰਤ, ਕਈ ਸਿਮਰਤ ਸ਼ਾਸਤਰ ਉਚਰੰਤ ਵੇਦ, ਕਈ ਕੋਕ ਕਾਬ ਕਥਤ ਕਤੇਬ। ਸੋ ਇਸੇ ਤਰ੍ਹਾਂ ਕਈ ਉਰਦ ਮਦ ਪਾਵਕ ਚੋਲੰਤ, ਇਹਨੂੰ ਚੱਚੇ ਨਾਲ ਚੁਲੰਤ ਨਹੀਂ ਕਹਿ ਦੇਣਾ ਹੈ, ਝੱਜੇ ਦੀ ਆਵਾਜ਼ ਦੇਣੀ ਹੈ ਚੋਲੰਤ। ਇੱਦਾਂ ਇਹ ਪਾਠ ਸੁੱਧ ਹੈ। ਕਈ ਅਗਨ ਹੋਤਰ ਕਈ ਪਾਉਨ ਆਹਾਰ, ਕਈ ਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਕ ਪੈ ਪਤਰ ਭਾਛ, ਨਹੀਂ ਤਦਪ ਦੇਵ ਹੋਵਤ ਪ੍ਰਤੱਛ, ਕਈ ਗੀਤ ਗਾਨ ਗੰਧਰਬ ਰੀਤ, ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗਿਆਦ ਕਰਮ, ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ। ਕਹੂੰ ਵੇਦ ਰੀਤ ਜਗਿਆਦ ਕਰਮ, ਇਹ ਪਾਠ ਇਕੱਠਾ ਹੀ ਆਇਆ ਹੈ ਜਗਿਆਦ। ਇਸੇ ਤਰ੍ਹਾਂ ਨੂੰ ਕੱਸ ਕੇ ਵੀ ਕਈ ਬੋਲਦੇ ਹਨ ਜਗਿਆਦ। ਸੇ ਦੋਵੇਂ ਪਾਠ ਇਸ ਤਰ੍ਹਾਂ ਮਿਲਦੇ ਹਨ। ਕਈ ਦੇਸ ਦੇਸ ਭਾਖਾ ਰਟੰਤ, ਕਈ ਦੇਸ ਦੇਸ ਵਿਦਿਆ ਪੜ੍ਹੰਤ, ਕਈ ਕਰਤ ਭਾਂਤ ਭਾਂਤਨ ਵਿਚਾਰ, ਨਹੀਂ ਨੈਕ ਤਾਸ ਪਾਇਤ ਨਾ ਪਾਰ। ਕਈ ਦੇਸ ਦੇਸ ਵਿਦਿਆ ਪੜ੍ਹੰਤ। ਸੋ ਇੱਥੇ ਵਿਦਿਆ ਜਿਹੜਾ ਪਾਠ ਹੈ ਕੱਸ ਕੇ ਹੈ ਕਿਉਂਕਿ ਅਦਕ ਹੈ, ਅਤੇ ਪੜ੍ਹੰਤ ਅੜਾੜਾ ਵੈਸੇ ਉੱਤੇ ਟਿੱਪੀ ਹੈ, ਪੈਰ ਵਿੱਚ ਹਲੰਤ ਤਾਂ ਨਹੀਂ ਹੈ ਲੇਕਿਨ ਪੜ੍ਹਨ ਦਾ ਵਾਚਕ ਹੈ, ਵਿਦਿਆ ਪੜ੍ਹਨ ਦਾ। ਇਸ ਕਰਕੇ ਇਹਨੂੰ ਭਾਰਾ ਬੋਲਣਾ ਹੈ ਪੜ੍ਹੰਤ। ਪੜ੍ਹੰਤ ਬੋਲਣਾ ਹੈ ਕੱਸ ਕੇ, ਪੜ੍ਹਨ ਦਾ ਵਾਚਕ ਹੈ। ਸੋ ਇਸੇ ਤਰ੍ਹਾਂ ਨਹੀਂ ਨੈਕ ਤਾਸ ਪਾਇਤ ਨਾ ਪਾਰ, ਇਹਨੂੰ ਪਾਇਤ ਨਹੀਂ ਕਹਿਣਾ ਹੈ, ਪਾਇਤ ਕਹਿਣਾ ਹੈ, ਪਾਇਤ ਨਾ ਪਾਰ।
ਕਈ ਤੀਰਥ ਤੀਰਥ ਭਰਮਤ ਸੋ ਭਰਮ, ਕਈ ਅਗਨ ਹੋਤਰ ਕਈ ਦੇਵ ਕਰਮ। ਕਈ ਕਰਤ ਬੀਰ ਵਿਦਿਆ ਵਿਚਾਰ, ਕਈ ਤਦਪ ਤਾਸ ਪਾਇਤ ਨਾ ਪਾਰ। ਕਹੂੰ ਰਾਜ ਰੀਤ ਕਹੂੰ ਜੋਗ ਧਰਮ, ਕਈ ਸਿਮਰਤ ਸ਼ਾਸਤਰ ਉਚਰਤ ਸੋ ਕਰਮ। ਨਿਉਲੀ ਆਦਿ ਕਰਮ ਕਹੂੰ ਹਸਤ ਦਾਨ, ਕਹੂੰ ਅਸਵਮੇਧ ਮਾਖ ਕੋ ਬਖਾਨ। ਸੋ ਪਾਠ ਬੋਲਣਾ ਹੈ ਕਹੂੰ ਅਸਵਮੇਧ, ਇਹਨੂੰ ਅਸਵਮੇਧ ਕਹਿਣਾ ਹੈ, ਬਾਵੇ ਦੀ ਆਵਾਜ਼ ਜ਼ਰੂਰ ਦੇਣੀ ਹੈ। ਮਾਖ ਕੋ ਬਖਾਨ, ਮੱਖ ਪਾਠ ਪੋਲਾ ਪੜਨਾ ਹੈ। ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ, ਕਹੂੰ ਜੋਗ ਰੀਤ ਕਹੂੰ ਬਿਰਧ ਚਾਰ। ਕਹੂੰ ਕਰਤ ਜਛ ਗੰਧਰਵ ਗਾਨ, ਕਹੂੰ ਧੂਪ ਦੀਪ ਕਹੂੰ ਅਰਗ ਦਾਨ। ਕਹੂੰ ਪਿਤਰ ਕਰਮ ਕਹੂੰ ਵੇਦ ਰੀਤ, ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ। ਕਹੂੰ ਕਰਤ ਸ਼ਾਸਤਰ ਸਿਮਰਤ ਉਚਾਰ, ਕਈ ਭਜਤ ਏਕ ਪਗ ਨਿਰਾਧਾਰ। ਪਾਠ ਆਇਆ ਹੈ ਕਈ ਭਜਤ ਏਕ ਪਗ ਨਿਰਾਧਾਰ। ਭਜਤ ਪਾਠ ਬੋਲਾ ਹੈ, ਭਜਨ ਕਰਨ ਦੀ ਗੱਲ ਹੈ। ਏਕ ਪਗ ਨਿਰਾਧਾਰ, ਪਗ ਪਾਠ ਵੀ ਪੋਲਾ ਪੜਨਾ ਹੈ। ਕਈ ਨੇਹ ਦੇਹ ਕਈ ਗੇਹ ਵਾਸ, ਕਈ ਭ੍ਰਮਤ ਦੇਸ ਦੇਸਨ ਉਦਾਸ। ਕਈ ਜਲ ਨਿਵਾਸ ਕਈ ਅਗਨ ਤਾਪ, ਕਈ ਜਪਤ ਉਰਦ ਲਟਕੰਤ ਜਾਪ। ਕਈ ਜਪਤ ਜੋਗ ਕਲਪੰ ਪ੍ਰਜੰਤ, ਨਹੀਂ ਤਦਪ ਤਾਸ ਪਾਇਤ ਨਾ ਅੰਤ। ਕਈ ਕਰਤ ਕੋਟ ਵਿਦਿਆ ਵਿਚਾਰ, ਨਹੀਂ ਤਦਪ ਦਿਸਟ ਦੇਖੇ ਮੁਰਾਰ। ਬਿਨ ਭਗਤ ਸਕਤ ਪਾਠ ਹੈ ਨਹੀਂ ਪਰਤ ਪਾਨ, ਬਿਨ ਭਗਤ ਸਕਤ ਨਹੀਂ ਪਰਤ ਜਗ ਦਾਨ। ਇਹ ਸਕਤ ਪਾਠ ਹੈ, ਨੂੰ ਸਕਤ ਕਹਿ ਜਾਂਦੇ ਹਨ ਕਈ ਚਾਲ ਦਾ ਕੇ, ਇੱਕ ਚਿਤ ਲੇਕਿਨ ਸਕਤ ਪਾਠ ਹੈ। ਫੋਕਟੋ ਸਰਬ ਧਰਮਾ ਵਿਹੀਨ, ਫੋਕਟੋ ਸਰਬ ਧਰਮਾਂ ਵਿਹੀਨ। ਵਿਹੀਨ ਦੇ ਬੱਬੇ ਨੂੰ ਸਿਆਰੀ ਦਾ ਧਿਆਨ ਰੱਖ ਕੇ ਬੋਲਣਾ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਸਾਰਾ ਪਾਠ ਸਰਵਣ ਕੀਤਾ ਹੈ। ਬਾਕੀ ਦਾ ਪਾਠ ਆਪ ਜੀ ਅਗਲੇ ਭਾਗਾਂ ਵਿੱਚ ਸਰਵਣ ਕਰੋਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬਿਨ ਏਕ ਨਾਮ ਇਕ ਚਿਤ ਲੀਨ, ਫੋਕਟੋ ਸਰਬ ਧਰਮਾਂ ਵਿਹੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।